हेलो माय डियर स्टूडेंट्स। बेटा इनफॉर्मेशन टैक्नोलॉजी जिहड़ा सबजैक्ट है 10+2 वोकेशनल दा ते ਉਹ ਅੱਜ ਅਸੀਂ ਸਟੱਡੀ ਕਰਨ ਲੱਗੇ ਹਾਂ। ਵੀ ਹੈਵ ਜਸਟ ਸਟਾਰਟਡ ਦਾ ਸਬਜੈਕਟ। ਸਭ ਤੋਂ ਪਹਿਲਾਂ ਆਪਣਾ ਸਿਲੇਬਸ ਦੇਖ ਲਓ ਤੁਸੀਂ। ਸਿਲੇਬਸ ਕੀ ਹੈ ਮੈਂ ਸਕਰੀਨ ਦੇ ਉੱਤੇ ਲਗਾਇਆ ਹੈ। ਸਿਲੇਬਸ ਦੇ ਨਾਲ ਨਾਲ ਇੱਕ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਹੈਗੀ ਹੈ ਦਿਸ ਵਨ। ਥਿਊਰੀ 30 ਮਾਰਕਸ, ਇੰਟਰਨਲ ਅਸੈਸਮੈਂਟ 10 ਮਾਰਕਸ, ਪ੍ਰੈਕਟੀਕਲ 50 ਮਾਰਕਸ ਐਂਡ ਟੋਟਲ 90 ਮਾਰਕਸ। ਟੋਟਲ ਤੇ 100 ਹੀ ਹੁੰਦਾ ਹੈ। ਬਾਕੀ ਦੇ ਜਿਹੜੇ 10 ਮਾਰਕਸ ਆ ਉਹ ਤੁਹਾਡੇ ਔਨ ਦਾ ਜੌਬ ਟ੍ਰੇਨਿੰਗ ਦੇ ਹੈਗੇ ਆ। ਸੋ ਬੇਸਿਕਲੀ ਤੁਹਾਡਾ ਜਿਹੜਾ ਥਿਊਰੀ ਪੇਪਰ ਹੈ ਜਿਹਦੇ ਬਾਰੇ ਇਹ ਵੀਡੀਓਜ਼ ਬਣਨਗੀਆਂ ਉਹ 30 ਮਾਰਕਸ ਦਾ ਹੋਊਗਾ ਤੇ ਬਾਕੀ ਦੀ ਜਿਹੜੀ ਅਸੈਸਮੈਂਟ ਹੈ ਤੁਹਾਡੇ ਟੀਚਰਸ ਲਗਾਉਣਗੇ। ਸੋ ਅੱਜ ਦਾ ਟੌਪਿਕ ਜਿਹੜਾ ਸਟਾਰਟ ਕਰਨ ਲੱਗੇ ਆ ਉਹ ਹੈਗਾ ਮੀਨਿੰਗ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਇਟਸ ਸਕੋਪ। ਠੀਕ ਹੈ, ਸਕਰੀਨ ਤੇ ਤੁਸੀਂ ਟੌਪਿਕ ਦੇਖ ਸਕਦੇ ਹੋ ਕਿ ਅਸੀਂ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਦਾ ਅਰਥ ਪੜ੍ਹਨਾ ਹੈ ਤੇ ਇਸ ਦਾ ਖੇਤਰ ਹੈ ਕਿੱਥੇ ਕਿੱਥੇ ਇਸਤੇਮਾਲ ਹੁੰਦੀ ਹੈ, ਇਸ ਬਾਰੇ ਜਾਣਕਾਰੀ ਲੈਣੀ ਹੈ। ਸਭ ਤੋਂ ਪਹਿਲਾਂ ਮੀਨਿੰਗ ਦੇਖੋ। ICT ਵਿੱਚ ਕਈ ਯੰਤਰ ਮਤਲਬ ਜਿਵੇਂ ਕਿ ਕੰਪਿਊਟਰ, ਮੋਬਾਈਲ, ਜਿਹੜੇ ਇਲੈਕਟ੍ਰੋਨਿਕ ਯੰਤਰ ਹੁੰਦੇ ਆ, ਠੀਕ ਹੈ, ਇਹ ਸਾਰੇ ਮਿਲ ਕੇ ਕੀ ਕਰਦੇ ਆ, ਸਮੂਹਿਕ ਰੂਪ ਦੇ ਵਿੱਚ ਕਿਸੇ ਕਿਸਮ ਦੀ ਸੂਚਨਾ ਨੂੰ ਸਟੋਰ ਕਰਨਾ, ਪ੍ਰੋਸੈਸ ਕਰਨਾ, ਉਸ ਨੂੰ ਅੱਗੇ ਭੇਜਣਾ, ਫਿਰ ਕਿਸੇ ਤੋਂ ਸੂਚਨਾ ਨੂੰ ਪ੍ਰਾਪਤ ਕਰਨਾ, ਬਦਲਣ ਆਦਿ ਦਾ ਕੰਮ ਕਰਦੇ ਹਨ ਅਤੇ ਸੂਚਨਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਦੇ ਹਨ। ਠੀਕ ਹੈ, ICT ਦਾ ਮਤਲਬ ਕੀ ਹੋਇਆ, ਜਿੰਨੇ ਵੀ ਸਾਡੇ ਇਲੈਕਟ੍ਰੋਨਿਕ ਡਿਵਾਈਸਿਸ ਹੈਗੇ ਆ ਉਹਨਾਂ ਦੀ ਮਦਦ ਦੇ ਨਾਲ ਅਤੇ ਇੰਟਰਨੈਟ ਦੀ ਮਦਦ ਦੇ ਨਾਲ ਜਦੋਂ ਅਸੀਂ ਕਿਸੇ ਵੀ ਇਨਫੋਰਮੇਸ਼ਨ ਨੂੰ, ਕਿਸੇ ਵੀ ਡਾਟਾ ਨੂੰ ਉਸ ਦੇ ਵਿੱਚ ਕਈ ਤਰ੍ਹਾਂ ਦੇ ਡਾਟੇ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਕਰਦੇ, ਜਿਵੇਂ ਸਟੋਰੇਜ ਦਾ ਕੰਮ, ਡਾਟੇ ਨੂੰ ਪ੍ਰੋਸੈਸ ਕਰਨ ਦਾ ਕੰਮ, ਉਸ ਦੇ ਵਿੱਚ ਚੇਂਜਸ ਕਰਨ ਦਾ ਕੰਮ, ਉਸ ਨੂੰ ਅੱਗੇ ਕਿਸੇ ਵੱਲ ਭੇਜਣ ਦਾ ਕੰਮ ਜਾਂ ਕਿਸੇ ਤੋਂ ਰਿਸੀਵ ਕਰਨ ਦਾ, ਇਹ ਜਿੰਨੇ ਵੀ ਸਾਰੇ ਸਾਡੇ ਕੰਮ ਹੈਗੇ ਆ ਉਹ ਸਭ ICT ਦੇ ਘੇਰੇ ਦੇ ਅੰਦਰ ਆਉਂਦੇ ਆ। ਠੀਕ ਹੈ, ਸੋ ਮੀਨਿੰਗ ਸਾਨੂੰ ਕਲੀਅਰ ਹੈ। ਹੁਣ ਅਸੀਂ ਕਰਾਂਗੇ ਅੱਗੇ ਇਸ ਦੇ ਸਕੋਪ ਦੀ ਗੱਲ, ਯਾਨੀ ਕਿ ਇਸ ਦੇ ਖੇਤਰ ਦੀ ਗੱਲ। ਹੁਣ ਖੇਤਰ ਕੀ ਹੈ? ICT ਦਾ ਜਿਹੜਾ ਖੇਤਰ ਹੈ, ਕਿੱਥੇ ਕਿੱਥੇ ICT ਦਾ ਇਸਤੇਮਾਲ ਹੁੰਦਾ ਹੈ, ਇਹ ਬਹੁਤ ਹੀ ਵਿਸ਼ਾਲ ਖੇਤਰ ਹੈ ਕਿਉਂਕਿ ਅੱਜ ਕੱਲ੍ਹ ਹਰ ਇੱਕ ਜਗ੍ਹਾ, ਭਾਵੇਂ ਉਹ ਛੋਟੇ ਤੋਂ ਛੋਟੀ ਦੁਕਾਨ ਹੈ ਜਾਂ ਕੋਈ ਵੱਡੇ ਤੋਂ ਵੱਡੀ ਇੰਡਸਟਰੀ ਹੈਗੀ ਹੈ, ਹਰ ਜਗ੍ਹਾ ਤੇ ਕੰਪਿਊਟਰ ਦਾ ਇਸਤੇਮਾਲ ਹੁੰਦਾ ਹੈ। ਕੰਪਿਊਟਰ ਦੇ ਨਾਲ ਇੰਟਰਨੈਟ ਦਾ ਇਸਤੇਮਾਲ ਹੁੰਦਾ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ ICT ਦੇ ਅੰਡਰ ਆਉਂਦੀਆਂ ਨੇ। ਸੋ ਪੁਆਇੰਟਸ ਜਿਹੜੇ ਮੈਂ ਲਿਖੇ ਇਹਨਾਂ ਨੂੰ ਅਸੀਂ 1 by 1 ਡਿਟੇਲ ਦੇ ਵਿੱਚ ਵੀ ਸਟੱਡੀ ਕਰਾਂਗੇ। ਪਹਿਲਾ ਹੈਗਾ ਆਨਲਾਈਨ ਸ਼ਾਪਿੰਗ, ਫਿਰ ਹੈਲਥ, ਬੈਂਕਿੰਗ, ਐਜੂਕੇਸ਼ਨ, ਬਿਜ਼ਨਸ, ਰਿਸਰਚ, ਟੂਰਿਜ਼ਮ ਤੇ ਇਲੈਕਸ਼ਨ। ਠੀਕ ਹੈ, ਇਹ ਮੈਂ ਕੁਝ ਸਿਲੈਕਟਡ ਪੁਆਇੰਟਸ ਕੱਢੇ ਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਹੋ ਜਿਹੇ ਪੁਆਇੰਟਸ ਹੈਗੇ ਆ ਜਿਨ੍ਹਾਂ ਦੇ ਵਿੱਚ ICT ਦਾ ਇਸਤੇਮਾਲ ਹੁੰਦਾ ਹੈ। ਠੀਕ ਹੈ, ਸਭ ਤੋਂ ਪਹਿਲੀ ਜਿਹੜੀ ਅਸੀਂ ਗੱਲ ਕਰਨ ਲੱਗੇ ਉਹ ਹੈਗੀ ਆ ਆਨਲਾਈਨ ਸ਼ਾਪਿੰਗ। ਬਹੁਤ ਸਾਰੇ ਬੱਚਿਆਂ ਨੇ ਇਸ ਚੀਜ਼ ਨੂੰ ਪ੍ਰੈਕਟੀਕਲੀ ਵੀ ਇਸਤੇਮਾਲ ਕੀਤਾ ਹੋਣਾ ਹੈ। ਆਨਲਾਈਨ ਸ਼ਾਪਿੰਗ ਕੀ ਹੁੰਦੀ ਹੈ? ਬੇਸਿਕਲੀ ਜਿਹੜਾ ਵੀ ਸੈਲਰ ਹੁੰਦਾ ਹੈ, ਵਿਕਰੇਤਾ ਜਿਹਨੂੰ ਅਸੀਂ ਕਹਿੰਦੇ ਆ, ਉਹ ਕੀ ਕਰਦਾ, ਆਪਣਾ ਜਿਹੜਾ ਪ੍ਰੋਡਕਟ ਹੈ ਉਸ ਨੂੰ ਇਹਨਾਂ ਵੈਬਸਾਈਟਸ ਤੇ, ਵੇਖੋ ਜਿਹੜੀ ਮੈਂ ਸਕਰੀਨ ਤੇ ਲਿਖਾਈਆਂ ਨੇ ਕੁਝ ਐਗਜ਼ਾਮਪਲਸ ਹੈਗੀਆਂ ਵਾ, ਫਲਿੱਪਕਾਰਟ ਹੈ, ਮੰਤਰਾ ਹੈ, ਜਬੋਂਗ ਹੈ, ਹੈ ਨਾ, ਇਹ ਸਾਰੀਆਂ ਵੈਬਸਾਈਟਸ ਹੈਗੀਆਂ ਵਾ ਆਨਲਾਈਨ ਸ਼ਾਪਿੰਗ ਦੀਆਂ। ਇਹਨਾਂ ਸਾਈਟਸ ਦੇ ਉੱਪਰ ਆਪਣਾ ਪ੍ਰੋਡਕਟ ਪਾ ਦਿੰਦਾ ਹੈ ਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਵਿਅਕਤੀ ਉਹ ਇਹਨਾਂ ਵੈਬਸਾਈਟਸ ਨੂੰ ਘਰੇ ਬੈਠ ਕੇ ਚੈੱਕ ਕਰ ਸਕਦਾ ਹੈ, ਇਹਨਾਂ ਤੋਂ ਉਸ ਪ੍ਰੋਡਕਟ ਦੀ ਜਾਣਕਾਰੀ ਪ੍ਰਾਪਤ ਕਰਕੇ ਤੇ ਜੇ ਉਸ ਦਾ ਦਿਲ ਕਰਦਾ ਹੈ ਤੇ ਉਸ ਪ੍ਰੋਡਕਟ ਨੂੰ ਖਰੀਦ ਵੀ ਸਕਦਾ ਹੈ। ਸੋ ਇਸ ਖੇਤਰ ਦੇ ਵਿੱਚ ਵੀ, ਆਨਲਾਈਨ ਸ਼ਾਪਿੰਗ ਦੇ ਖੇਤਰ ਦੇ ਵਿੱਚ ਵੀ ICT ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਗਲਾ ਜਿਹੜਾ ਸਾਡਾ ਖੇਤਰ ਹੈ ਉਹ ਹੈਗਾ ਹੈਲਥ, ਯਾਨੀ ਕਿ ਸਿਹਤ ਦਾ ਖੇਤਰ। ਹੁਣ ਸਿਹਤ ਦੇ ਖੇਤਰ ਦੇ ਵਿੱਚ ICT ਦਾ ਕੀ ਰੋਲ ਹੈ? ਵੇਖੋ, ਮਰੀਜ਼ਾਂ ਦਾ ਰਿਕਾਰਡ ਵਗੈਰਾ ਜਿਹੜਾ ਰੱਖਣਾ ਹੈ, ਸਭ ਕੁਝ ਤੁਸੀਂ ਵੇਖਿਆ ਕਿ ਅੱਜ ਕੱਲ੍ਹ ਕੰਪਿਊਟਰਾਈਜ਼ ਤਰੀਕੇ ਦੇ ਨਾਲ ਹੁੰਦਾ ਹੈ। ਠੀਕ ਹੈ, ਮਰੀਜ਼ਾਂ ਦਾ ਰਿਕਾਰਡ ਰੱਖਣ ਤੋਂ ਲੈ ਕੇ ਉਹਨਾਂ ਦਾ ਇਲਾਜ ਤੱਕ ਕਰਨ ਵਾਸਤੇ ਸਾਨੂੰ ICT ਦੀ ਵਰਤੋਂ ਕਰਨੀ ਪੈਂਦੀ। ਹੁਣ ਤੁਸੀਂ ਕਹੋਗੇ ICT ਦੇ ਨਾਲ ਇਲਾਜ ਕਿਵੇਂ ਹੁੰਦਾ ਹੈ? ਵੇਖੋ, ਜਿਹੜੀਆਂ ਸਾਡੀਆਂ ਮਸ਼ੀਨਸ ਆ ਜਿਨ੍ਹਾਂ ਦੇ ਨਾਲ ਸਾਡੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ, ਐਗਜ਼ਾਮਪਲ ਲੈ ਲਓ ਤੁਸੀਂ ECG ਦੀ ਜਿਹੜੀ ਮਸ਼ੀਨ ਹੈ ਨਾ, MRI ਸਕੈਨਿੰਗ ਜਿਹੜੀ ਹੁੰਦੀ ਹੈ, ਉਹ ਵਾਲੀਆਂ ਜਿਹੜੀਆਂ ਮਸ਼ੀਨਸ ਹੈਗੀਆਂ ਵਾ ਉਹ ਸਾਰੀਆਂ ਇੰਟਰਨੈਟ ਕੰਪਿਊਟਰ ਦੇ ਨਾਲ ਕਹਿ ਲਓ ਕਿ ਅਟੈਚਡ ਹੈਗੀਆਂ। ਠੀਕ ਹੈ, ਇਹਨਾਂ ਦੇ ਇਸਤੇਮਾਲ, ਹੁਣ ਤੁਸੀਂ ਛੋਟੀ ਜਿਹੀ ਐਗਜ਼ਾਮਪਲ ਆਪਣੀ ਥਰਮਾਮੀਟਰ ਦੀ ਲੈ ਲਓ, ਦੈਟ ਇਜ਼ ਆਲਸੋ ਅ ਡਿਵਾਈਸ। ਠੀਕ ਹੈ, ਆਲਦੋ ਇਟਸ ਨਾਟ ਇਲੈਕਟ੍ਰੋਨਿਕ ਡਿਵਾਈਸ, ਪਰ ਫਿਰ ਵੀ ਅਸੀਂ ਉਸ ਡਿਵਾਈਸ ਦੀ ਵਰਤੋਂ ਕਰਦੇ ਹਾਂ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਾਡੇ ਹੋਰ ਯੰਤਰ ਹੈਗੇ ਜਿਨ੍ਹਾਂ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਸਿਹਤ ਦੇ ਖੇਤਰ ਦੇ ਵਿੱਚ। ਸੋ ICT ਦਾ ਜਿਹੜਾ ਰੋਲ ਹੈਗਾ ਬਹੁਤ ਹੀ ਜ਼ਿਆਦਾ ਵੱਡਾ ਹੋ ਗਿਆ ਹੈ ਤੇ ਸਿਹਤ ਵਿੱਚ ਵੀ ਅਸੀਂ ਇਸ ਨੂੰ ਇਸਤੇਮਾਲ ਕਰਦੇ ਹਾਂ। ਅਗਲਾ ਜਿਹੜਾ ਖੇਤਰ ਹੈਗਾ ਉਹ ਹੈਗਾ ਬੈਂਕਿੰਗ।
ਬੈਂਕਿੰਗ ਦੇ ਵਿੱਚ ਤੁਹਾਨੂੰ ਪਤਾ ਹੈ ਬੈਂਕਸ ਦੇ ਵਿੱਚ ਤੁਸੀਂ ਜਦੋਂ ਵੀ ਜਾਂਦੇ ਹੋ ਜਿੰਨੇ ਵੀ EMPLOYEES ਹੁੰਦੇ ਆ ਉੱਥੇ ਉਹ ਕੀ ਕਰਦੇ ਹੁੰਦੇ ਕੰਪਿਊਟਰ ਤੇ ਬੈਠੇ ਹੁੰਦੇ ਆ ਕੰਪਿਊਟਰ ਤੇ ਉਹ ਕੋਈ ਨਾ ਕੋਈ ਕੰਮ ਕਰ ਰਹੇ ਹੁੰਦੇ ਆ ਕੰਪਿਊਟਰ ਦਾ ਇਸਤੇਮਾਲ ਕਰਕੇ ਉਹ ਬਹੁਤ ਸਾਰੇ ਕੰਮ ਜਿਵੇਂ ਤੁਹਾਡੇ ਪੈਸੇ ਜਦੋਂ ਤੁਸੀਂ ਜਮ੍ਹਾਂ ਕਰਦੇ ਹੋ ਹੈ ਨਾ ਉਹ ਤੁਹਾਡੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਦੇ ਆ ਉਸ ਦੀ ਟ੍ਰਾਂਜੈਕਸ਼ਨ ਨੂੰ ਉਹ ਰਿਕਾਰਡ ਕਰਦੇ ਆ ਰਿਕਾਰਡਿੰਗ ਦਾ ਕੰਮ ਬੈਂਕ ਦੇ ਵਿੱਚ ICT ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਕੋਈ FD ਕਰਾਣੀ ਹੈ ਕੋਈ RD ਮੀਨਸ ਰੈਕਰਿੰਗ ਡਿਪੋਜ਼ਿਟ FD ਮੀਨਸ ਫਿਕਸਡ ਡਿਪੋਜ਼ਿਟ ਇਸ ਕੰਮ ਵਾਸਤੇ ਵੀ ਉੱਥੇ ਇੰਟਰਨੈਟ ਦੀ ਵਰਤੋਂ ਹੁੰਦੀ ਹੈ ਜੇ ਤੁਸੀਂ ਸਿੰਪਲ ਪੈਸੇ ਕਢਵਾਣੇ ATM ਦੇ ਵਿੱਚੋਂ ਉਹਦੇ ਵਿੱਚ ਵੀ ਵੇਖੋ ਇੰਟਰਨੈਟ ਦੀ ਮਦਦ ਦੇ ਨਾਲ ਹੀ ਉਹ ਤੁਹਾਡੇ ਪਿਨ ਨੂੰ ਰਿਕਾਰਡ ਕਰ ਰਹੇ ਫਿਰ ਤੁਹਾਨੂੰ ਉਹ ਪੈਸੇ ਕੱਢ ਕੇ ਦੇ ਰਹੇ ਹੈਗੇ ਆ ਸੋ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਹੈਗੇ ਆ ਜਿਵੇਂ ਤੁਸੀਂ ਘਰ ਬੈਠੇ ਨੈਟ ਬੈਂਕਿੰਗ ਦੇ ਰਾਹੀਂ ਪੈਸੇ ਵੀ ਟ੍ਰਾਂਸਫਰ ਕਰ ਸਕਦੇ ਹੋ ਸੋ ਬੈਂਕਿੰਗ ਦੇ ਵਿੱਚ ਵੀ ICT ਦਾ ਬਹੁਤ ਜ਼ਿਆਦਾ ਰੋਲ ਹੈਗਾ ਹੈ ਸੋ ਬੈਂਕਿੰਗ ਦੇ ਖੇਤਰ ਵਿੱਚ ਵੀ ਅਸੀਂ ਕਹਿੰਦੇ ਕਿ ICT ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਹੈਗਾ ਐਜੂਕੇਸ਼ਨ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਲਾਈਵ ਐਗਜ਼ਾਮਪਲ ਹੈ ਵੇਖੋ ਮੈਂ ਤੁਹਾਨੂੰ ਟੀਚ ਕਰ ਰਹੀ ਹਾਂ ਆਈ ਐਮ ਟੀਚਿੰਗ ਥਰੂ ਆਨਲਾਈਨ ਸੋਰਸ ਮੈਂ YouTube ਦੇ ਥਰੂ ਟੀਚ ਕਰ ਰਹੀ ਹਾਂ ਤੁਹਾਨੂੰ ਹੈ ਨਾ ਸੋ ਸਿੱਖਿਆ ਦੇ ਵਿੱਚ ICT ਦਾ ਬਹੁਤ ਇੰਪੋਰਟੈਂਟ ਰੋਲ ਆ ਆਨਲਾਈਨ ਟੀਚਿੰਗ ਵਾਸਤੇ ਟੀਚਿੰਗ ਲਰਨਿੰਗ ਫਿਰ ਲਾਇਬ੍ਰੇਰੀ ਹੈਗੀ ਸਾਡੇ ਕੋਲ ਕੰਟੈਂਟ ਜਿਹੜਾ ਹੁਣ ਸਿੱਖਿਆ ਵਿਭਾਗ ਵੱਲੋਂ ਤੁਹਾਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਉਹਦੇ ਵਿੱਚ ਵੀ ਅਸੀਂ ICT ਦਾ ਇਸਤੇਮਾਲ ਕਰਦੇ ਹਾਂ ਉਸ ਦੇ ਥਰੂ ਹੀ ਤੁਹਾਡੇ ਤੱਕ ਕੰਟੈਂਟ ਪਹੁੰਚਦਾ ਹੈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਹੁਣ ICT ਦੀ ਬਹੁਤ ਜ਼ਿਆਦਾ ਮਹੱਤਤਾ ਹੋ ਗਈ ਹੈ ਬਿਜ਼ਨਸ ਦੇ ਖੇਤਰ ਦੇ ਵਿੱਚ ਅਗਲਾ ਪੁਆਇੰਟ ਹੈਗਾ ਸੋ ਅੱਜ ਦੇ ਯੁੱਗ ਦੇ ਵਿੱਚ ਬਿਜ਼ਨਸ ਨੂੰ ਤੇ ਅਸੀਂ ਸੋਚ ਹੀ ਨਹੀਂ ਸਕਦੇ ਕਿ ਬਿਨਾਂ ICT ਤੋਂ ਅਸੀਂ ਕੋਈ ਬਿਜ਼ਨਸ ਕਰ ਲਾਂਗੇ ਆਪਣੇ ਗ੍ਰਾਹਕਾਂ ਦੇ ਨਾਲ ਡੀਲ ਕਰਨਾ ਜਾਂ ਆਪਣੇ ਗ੍ਰਾਹਕਾਂ ਦੇ ਨਾਲ ਕੋਈ ਕਮਿਊਨੀਕੇਸ਼ਨ ਕਰਨੀ ਹੈਗੀ ਕੋਈ ਗੱਲ ਕਰਨੀ ਅਸੀਂ ਈਮੇਲ ਭੇਜਦੇ ਹਾਂ ਟੈਂਡਰਸ ਅਸੀਂ ਕਿਸੇ ਤੋਂ ਟੈਂਡਰਸ ਪਾਸ ਕਰਵਾਉਣੇ ਆ ਅਸੀਂ ਆਪਣੇ ਉਹਨਾਂ ਨੂੰ ਜੋ ਵੀ ਹੈਗੇ ਆ ਆਪਣੀ ਰਿਪੋਰਟ ਉਹਨਾਂ ਨੂੰ ਪੇਸ਼ ਕਰਨੀ ਹੈ ਗ੍ਰਾਹਕਾਂ ਨੂੰ ਜਾਂ ਆਪਣੇ ਸਪਲਾਇਰਸ ਦੇ ਨਾਲ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੈ ਬਿਜ਼ਨਸ ਦੇ ਖੇਤਰ ਵਿੱਚ ਅਸੀਂ ਥਰੂ ਇੰਟਰਨੈਟ ਹੀ ਕਰਦੇ ਹੈਗੇ ਆ ਮੰਡੀ ਬਾਰੇ ਜਾਣਕਾਰੀ ਲੈਣੀ ਹੈ ਉਹਦੇ ਵਾਸਤੇ ਵੀ ਇੰਟਰਨੈਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਠੀਕ ਹੈ ਫਿਰ ਪੇਮੈਂਟਸ ਦੇ ਵਾਸਤੇ ਵੀ ਜਿਹੜਾ ਆਨਲਾਈਨ ਭੁਗਤਾਨ ਕਰਦੇ ਆ ਸੋ ਇਸ ਦੇ ਨਾਲ ਵੇਖੋ ਇੱਕ ਹੋਰ ਖੇਤਰ ਸਾਡੇ ਸਾਹਮਣੇ ਆ ਜਾਂਦਾ ਹੈ ਪੇਮੈਂਟ ਬਟ ਇਹ ਛੋਟੇ ਮੇਨ ਖੇਤਰ ਜਿਹੜੇ ਉਹ ਸਟੱਡੀ ਕੀਤੇ ਆ ਇਸ ਦੇ ਅੰਡਰ ਬਹੁਤ ਛੋਟੇ ਹੋਰ ਪੁਆਇੰਟਸ ਹੈਗੇ ਜੇ ਤੁਸੀਂ ਬਣਾਉਣਾ ਚਾਹੋ ਐਗਜ਼ਾਮ ਦੇ ਵਿੱਚ ਤੇ ਤੁਸੀਂ ਉਹ ਬਣਾ ਸਕਦੇ ਹੋ ਠੀਕ ਹੈ ਸੋ ਇਸ ਤਰੀਕੇ ਦੇ ਬਹੁਤ ਸਾਰੇ ਕੰਮਾਂ ਵਾਸਤੇ ਜਿਹੜਾ ਹੈਗਾ ਹੈ ਉਹ ICT ਉਹ ਇਸਤੇਮਾਲ ਕੀਤਾ ਜਾਂਦਾ ਹੈ ਸੋ ਬਿਜ਼ਨਸ ਵਿੱਚ ਇਹਦਾ ਬਹੁਤ ਵਧੀਆ ਰੋਲ ਹੈਗਾ ਹੈ ਨੈਕਸਟ ਹੈਗਾ ਰਿਸਰਚ ਦਾ ਕੰਮ ਰਿਸਰਚ ਕੀ ਹੁੰਦੀ ਹੈ ਕੋਈ ਨਵੀਂ ਚੀਜ਼ ਦੀ ਖੋਜ ਕਰਨੀ ਕਿਸੇ ਤਕਨੀਕ ਦਾ ਇਸਤੇਮਾਲ ਕਰਨਾ ਸੋ ਇਹਦੇ ਵਿੱਚ ਵੀ ਸਾਡੀ ਜਿਹੜੀ ICT ਹੈ ਕੰਪਿਊਟਰ ਹੈਗੇ ਆ ਉਹਨਾਂ ਦਾ ਬਹੁਤ ਯੋਗਦਾਨ ਹੈ ਕੋਈ ਡਾਟਾ ਅਸੀਂ ਰਿਕਾਰਡ ਕਰਨਾ ਹੈ ਕੋਈ ਡਾਟਾ ਸੇਵ ਕਰਨਾ ਹੈ ਉਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਇੰਟਰਨੈਟ ਦੀ ਮਦਦ ਦੇ ਨਾਲ ਕਰਦੇ ਆ ਚਾਹੇ ਉਹ ਕੋਈ ਵੀ ਖੇਤਰ ਹੋਵੇ ਮੈਡੀਕਲ ਖੇਤਰ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਖੇਤਰ ਹੈਗਾ ਹੈ ਉਸ ਦੇ ਵਿੱਚ ਜਦੋਂ ਅਸੀਂ ਰਿਸਰਚ ਕਰਨੀ ਹੁੰਦੀ ਆ ਅਸੀਂ ਆਪਣੇ ਸਾਰੇ ਜਿਹੜੇ ਡਾਟੇ ਹੈਗੇ ਆ ਸਾਰਾ ਜਿੰਨਾ ਵੀ ਸਾਡਾ ਮਟੀਰੀਅਲ ਹੈਗਾ ਇਨਫੋਰਮੇਸ਼ਨ ਹੈ ਉਸ ਨੂੰ ਅਸੀਂ ਰਿਕਾਰਡ ਕਰਕੇ ਰੱਖਦੇ ਆ ਔਨ ਕੰਪਿਊਟਰ ਸੋ ਇਹਦੇ ਵਿੱਚ ਵੀ ਅਸੀਂ ਕਹਿੰਦੇ ਕਿ ICT ਦਾ ਇਸਤੇਮਾਲ ਹੋ ਜਾਂਦਾ ਹੈ ਨੈਕਸਟ ਹੈਗਾ ਟੂਰਿਜ਼ਮ ਇਸ ਚੀਜ਼ ਨਾਲ ਵੀ ਤੁਸੀਂ ਬਹੁਤ ਜ਼ਿਆਦਾ ਆਈ ਥਿੰਕ ਯੂ ਆਰ ਵੈਲ ਅਵੇਅਰ ਕਿ ਜਦੋਂ ਤੁਸੀਂ ਕੋਈ ਟਿਕਟ ਕਰਾਣੀ ਹੁੰਦੀ ਹੈ ਤੁਸੀਂ ਰੇਲ ਦੇ ਥਰੂ ਕਿਤੇ ਜਾਣਾ ਹੈ ਟਿਕਟ ਕਰਵਾਉਣੀ ਹੈ ਤੇ ਤੁਸੀਂ ਕੀ ਕਰਦੇ ਹੋ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ ਜਾਂ ਤੁਸੀਂ ਆਨਲਾਈਨ ਨਹੀਂ ਕਰਾਣੀ ਤੁਸੀਂ ਜਾ ਕੇ ਰਿਜ਼ਰਵੇਸ਼ਨ ਸੈਂਟਰ ਤੇ ਜਾ ਰਹੇ ਹੋ ਉੱਥੇ ਜਾ ਕੇ ਤੁਸੀਂ ਸਪੋਜ਼ ਟਿਕਟ ਕਰਾ ਰਹੇ ਹੋ ਤੇ ਉਹ ਜਿਹੜੇ ਤੁਹਾਨੂੰ ਟਿਕਟ ਕੱਟ ਕੇ ਦੇ ਰਹੇ ਉਹ ਵੀ ਆਪਣੇ ਕੰਪਿਊਟਰ ਦਾ ਇਸਤੇਮਾਲ ਕਰ ਰਹੇ ਆ ਸੋ ਟਿਕਟਿੰਗ ਦਾ ਕੰਮ ਜਿਹੜਾ ਹੈਗਾ ਹੈ ਉਹ ਸਾਰਾ ਦਾ ਸਾਰਾ ਆਨਲਾਈਨ ਤਰੀਕੇ ਦੇ ਨਾਲ ਹੀ ਹੁੰਦਾ ਹੈ ਮੈਨੂਅਲ ਕੀ ਹੋ ਗਿਆ ਕਿ ਤੁਹਾਨੂੰ ਹੱਥ ਦੇ ਨਾਲ ਟਿਕਟ ਲਿਖ ਕੇ ਦੇ ਦਿੱਤੀ ਕਿਸੇ ਨੇ ਪਰ ਇਹ ਕੰਮ ਬਿਲਕੁਲ ਨਹੀਂ ਹੈ ਸੋ ਟੂਰਿਜ਼ਮ ਤੇ 100% ICT ਦਾ ਹੀ ਇਸਤੇਮਾਲ ਹੁੰਦਾ ਹੈ ਸਿਰਫ ਰੇਲ ਦੀਆਂ ਟਿਕਟਾਂ ਨਹੀਂ ਐਰੋਪਲੇਨ ਦੀਆਂ ਟਿਕਟਸ ਹੈਗੀਆਂ ਹਵਾਈ ਜਹਾਜ਼ ਦੀਆਂ ਕੋਈ ਹੋਟਲ ਦੀ ਬੁਕਿੰਗ ਕਰਵਾਉਣੀ ਹੈ ਤੁਸੀਂ ਕਿਸੇ ਹੋਟਲ 'ਚ ਜਾਣਾ ਹੈਗਾ ਇਹ ਸਾਰੀਆਂ ਤੁਸੀਂ ਐਡਸ ਵੀ ਅੱਜਕੱਲ TV ਵਗੈਰਾ ਤੇ ਦੇਖਦੇ ਹੋ ਜਿਵੇਂ ਟ੍ਰਿਵਾਗੋ ਹੈਗਾ ਹੈ ਠੀਕ ਹੈ ਇੱਕ ਵੈਬਸਾਈਟ ਹੈ ਜਾਂ ਐਪ ਹੈਗੀ ਟ੍ਰਿਵਾਗੋ ਜਿਹਦੇ ਥਰੂ ਤੁਸੀਂ ਹੋਟਲਸ ਦੀ ਬੁਕਿੰਗ ਕਰਵਾ ਸਕਦੇ ਹੋ ਜਾਂ ਇਸ ਤਰੀਕੇ ਦੇ ਹੋਰ ਜਿੰਨੇ ਵੀ ਕੰਮ ਹੈਗੇ ਕੋਈ ਹੌਲੀਡੇ ਪੈਕੇਜ ਲੈਣਾ ਉਹ ਵੀ ਤੁਹਾਡੇ ਕੋਲ ਸਾਰੇ ਤੁਹਾਡੇ ਸਕਰੀਨ ਦੇ ਉੱਤੇ ਸ਼ੋ ਹੋ ਜਾਂਦੇ ਜਦੋਂ ਤੁਸੀਂ ਆਨਲਾਈਨ ਇਹਨਾਂ ਨੂੰ ਆਪਣੇ ਘਰੇ ਬੈਠੇ ਚੈੱਕ ਕਰਦੇ ਹੋ ਸੋ ਟੂਰਿਜ਼ਮ ਦੇ ਵਿੱਚ ਵੀ ਬਹੁਤ ਜ਼ਿਆਦਾ ਰੋਲ ਹੈਗਾ ਹੈ ICT ਦਾ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਦੈਟ ਇਜ਼ ਇਲੈਕਸ਼ਨ ਚੋਣਾਂ ਦੇ ਵਿੱਚ ਠੀਕ ਹੈ ਵੋਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਾਡੀ ਜਿਹੜੀ ਵੋਟ ਹੈਗੀ ਆ ਪਹਿਲਾਂ ਮੈਨੂਅਲ ਤਰੀਕੇ ਪੈਂਦੀ ਸੀ ਠੀਕ ਹੈ ਡੱਬੇ ਦੇ ਵਿੱਚ ਪੇਪਰ ਤੇ ਅਸੀਂ ਸਟੈਂਪ ਲਗਾ ਕੇ ਉਸ ਨੂੰ ਡੱਬੇ ਦੇ ਵਿੱਚ ਪਾ ਦਿੰਦੇ ਸੀ ਜੋ ਕਿ ਹੁਣ ਬਿਲਕੁਲ ਚੇਂਜ ਹੋ ਚੁੱਕਾ ਹੈ ਹੁਣ ਕੀ ਹੈਗਾ ਹੁਣ ਸਾਡੇ ਕੋਲ ਵੋਟਿੰਗ ਹੁੰਦੀ ਹੈ ਠੀਕ ਹੈ ਉਹ ਜਿਹੜੀਆਂ ਮਸ਼ੀਨਸ ਹੈਗੀਆਂ ਮਸ਼ੀਨਸ ਤੇ ਮਦਦ ਦੇ ਨਾਲ ਜਿਹੜੀ VOTING ਹੈ ਕਰਵਾਈ ਜਾਂਦੀ ਹੈ ਸੌਰੀ ਇੱਥੇ ਮੇਰੇ ਤੋਂ ਗਲਤੀ ਨਾਲ VOTING ਭਾਵ ਇਲੈਕਟ੍ਰੋਨਿਕ VOTING ਲਿਖਣਾ ਮਿਸ ਹੋ ਗਿਆ ਹੈ ਤੁਸੀਂ ਕਰੈਕਟ ਕਰ ਲਿਓ ਸੈਕੰਡ ਲਾਈਨ ਹੈਗੀ ਆ ਅੱਜਕੱਲ ਚੋਣਾਂ ਵਿੱਚ ICT ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਨਾਲ VOTING ਭਾਵ ਇਲੈਕਟ੍ਰੋਨਿਕ VOTING ਇਸ ਦੀ ਇੱਕ ਉਦਾਹਰਨ ਹੈ ਠੀਕ ਹੈ ਇਸ ਨੂੰ ਕਰੈਕਟ ਕਰ ਲਿਓ ਆਪਣੀ ਕਾਪੀ ਤੇ ਲਿਖਣ ਲੱਗਿਆ ਸੋ ਵੇਖੋ ਇਹਦੀਆਂ ਮੁੱਖ 3 ਤਕਨੀਕਾਂ ਹੈਗੀਆਂ ਆਪਟੀਕਲ ਸਕੈਨਿੰਗ VOTING ਸਿਸਟਮ पंच कार्ड वोटिंग सिस्टम ते वोटिंग कियोस्क ठीक है तीन है नाम तुसी याद रख लियो
ਤੇ ਇਲੈਕਟ੍ਰੋਨਿਕ ਮਸ਼ੀਨ ਦੇ ਨਾਲ ਨਾਲ ਬਹੁਤ ਸਾਰੀ ਤੁਸੀਂ ਇਹੋ ਜਿਹੀਆਂ ਐਗਜ਼ਾਮਪਲਸ ਵੀ ਵੇਖੀਆਂ ਹੋਣੀਆਂ ਜਦੋਂ ਸਾਡੀ VOTING ਜਿਹੜੀ ਹੈਗੀ ਹੈ ਉਹ ਥਰੂ ਇੰਟਰਨੈਟ ਥਰੂ ਆਵਰ ਫੋਨ, ਜਿਵੇਂ ਕੋਈ ਤੁਸੀਂ ਸੀਰੀਅਲ ਵੇਖੇ ਹੋਣੇ, ਜਿਵੇਂ ਐਗਜ਼ਾਮਪਲ ਲੈ ਲਓ ਡਾਂਸ ਇੰਡੀਆ ਡਾਂਸ ਦੀ ਐਗਜ਼ਾਮਪਲ ਲੈ ਲਓ, ਉਹਦੇ ਵਿੱਚ ਉਹ ਤੁਹਾਨੂੰ ਕੀ ਕਹਿੰਦੇ ਆ ਕਿ ਤੁਸੀਂ ਆਪਣਾ ਵੋਟ ਇਸ ਕੰਟੈਸਟੈਂਟ ਨੂੰ ਕਰੋ ਇਸ ਨੰਬਰ ਤੇ। ਉਹ ਅਸੀਂ ਕੀ ਕਰਦੇ ਆ, ਉਹ ਵੀ ਅਸੀਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਉਹਨਾਂ ਨੂੰ ਵੋਟ ਕਰ ਰਹੇ ਹੁੰਦੇ ਆ। ਸੋ ICT ਜਿਹੜੀ ਹੈਗੀ ਆ, ਕੰਪਿਊਟਰ ਜਿਹੜੇ ਹੈਗੇ ਆ, ਉਹਨਾਂ ਦਾ ਖੇਤਰ ਬਹੁਤ ਜ਼ਿਆਦਾ ਵੱਡਾ ਤੇ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਹਰ ਜਗ੍ਹਾ ਤੇ ਇਸ ਦਾ ਇਸਤੇਮਾਲ ਹੋਣ ਲੱਗ ਗਿਆ ਹੈ। ਸੋ ਆਈ ਹੋਪ ਕਿ ਟੌਪਿਕ ਤੁਹਾਨੂੰ ਬਹੁਤ ਈਜ਼ੀਲੀ ਸਮਝ ਆ ਗਿਆ ਹੋਊਗਾ। ਇਹ ਸਾਡਾ ਮੇਨ ਟੌਪਿਕ ਹੈ, ਕਿਉਂਕਿ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਸਾਨੂੰ ਕੰਪਿਊਟਰ ਪੜ੍ਹਨ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਹਰ ਜਗ੍ਹਾ ਤੇ ਹੀ ਕੰਪਿਊਟਰ ਦਾ ਇਸਤੇਮਾਲ ਹੁੰਦਾ ਹੈ। ਸੋ ਆਈ ਹੋਪ ਯੂ ਲਾਈਕ ਦਿਸ ਟੌਪਿਕ। ਸੋ ਇਨ ਦਾ ਐਂਡ ਆਈ ਵੁੱਡ ਲਾਈਕ ਟੂ ਸੇ ਥੈਂਕ ਯੂ ਸੋ ਮਚ।